ਪੋਲੀਨੋਮੀਅਲਸ ਦੇ ਇਸ ਦੂਸਰੇ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਕਲਾਸੀਫਿਕੇਸ਼ਨ ਆਫ ਪੋਲੀਨੋਮੀਅਲਸ ਅੱਜ ਦਾ ਟੌਪਿਕ ਰਹੇਗਾ। ਇਹ 9ਵੀਂ ਕਲਾਸ ਦੇ ਬੱਚਿਆਂ ਦੇ ਲਈ ਵੀਡੀਓ ਹੈ, ਲੇਕਿਨ ਅਗਰ 8ਵੀਂ ਔਰ 10ਵੀਂ ਕਲਾਸ ਦੇ ਬੱਚੇ ਵੀ ਇਸ ਵੀਡੀਓ ਨੂੰ ਦੇਖਣ ਤੇ ਉਹਨਾਂ ਨੂੰ ਵੀ ਜ਼ਰੂਰ ਕੋਈ ਨਾ ਕੋਈ ਇਹਦਾ ਫਾਇਦਾ ਮਿਲੇਗਾ। ਅਗਰ ਮੇਰੇ ਸਾਥੀ ਅਧਿਆਪਕ ਇਸ ਵੀਡੀਓ ਨੂੰ ਵੇਖ ਰਹੇ ਹਨ ਤੇ ਉਹ ਵੀ ਆਪਣੇ ਸਕੂਲ ਦੇ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹਨ ਤਾਂ ਜੋ ਬੱਚਿਆਂ ਨੂੰ ਇਸ ਤੋਂ ਕੋਈ ਮਹੱਤਵਪੂਰਨ ਜਾਣਕਾਰੀ ਮਿਲ ਸਕੇ, ਨਾਲ ਉਹਨਾਂ ਦੀ ਰਿਵੀਜ਼ਨ ਹੋ ਸਕੇ। ਇਸ ਤੋਂ ਪਹਿਲੇ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦਿਆਂਗਾ ਤਾਂ ਜੋ ਲੜੀ ਨੂੰ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੋਲੀਨੋਮੀਅਲਸ ਚੈਪਟਰ ਜਿਹੜਾ 9ਵੀਂ ਕਲਾਸ ਦਾ ਹੈ ਉਹਨੂੰ ਅਸੀਂ ਸਾਰੇ ਦੇ ਸਾਰੇ ਚੈਪਟਰ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹ ਲਗਾਤਾਰ ਵੀਡੀਓਜ਼ ਤੁਹਾਡੇ ਗਰੁੱਪਾਂ ਦੇ ਵਿੱਚ ਆਉਂਦੇ ਰਹਿਣਗੇ। ਅਗਰ ਤੁਸੀਂ ਚਾਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਇਸ ਆਉਣ ਵਾਲੇ ਵੀਡੀਓਜ਼ ਦੇ ਜਿਹੜੇ ਲਿੰਕ ਹਨ ਉਹ ਨੋਟੀਫਿਕੇਸ਼ਨ ਰਸਤੇ ਮਿਲ ਸਕਣ। ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਵਿਨੋਦ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਐਕਸਪਲੋਰ ਦਾ ਪ੍ਰੈਕਟੀਕਲ। ਹੁਣ ਅਸੀਂ ਦੇਖਾਂਗੇ ਕਲਾਸੀਫਿਕੇਸ਼ਨ ਆਫ ਪੋਲੀਨੋਮੀਅਲਸ। ਕਲਾਸੀਫਿਕੇਸ਼ਨ ਆਫ ਪੋਲੀਨੋਮੀਅਲਸ ਤੋਂ ਭਾਵ ਕਿ ਉਹਦੀਆਂ ਵੱਖਰੀਆਂ ਵੱਖਰੀਆਂ ਟਾਈਪਸ ਹਨ, ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਉਹ ਅਸੀਂ ਦੋ ਤਰੀਕੇ ਨਾਲ ਕਰ ਸਕਦੇ ਹਾਂ। ਔਨ ਦਾ ਬੇਸਿਸ ਆਫ ਨੰਬਰ ਆਫ ਟਰਮਸ, ਮਤਲਬ ਕਿ ਪਦਾਂ ਦੇ ਆਧਾਰ ਤੇ। ਪਦਾਂ ਦੇ ਆਧਾਰ ਤੇ ਤੋਂ ਭਾਵ ਹੈ ਕਿ ਅਸੀਂ ਦੇਖਣਾ ਕਿ ਪਦ ਕਿੰਨੇ ਨੇ ਤੇ ਦੂਸਰੇ, ਇਹ ਪਹਿਲਾ ਸਾਡਾ ਹੈ। ਦੂਸਰੇ ਨੰਬਰ ਤੇ ਅਸੀਂ ਦੇਖਣਾ ਹੈ ਕਿ ਜਿਹੜਾ ਸਾਡਾ ਵੇਰੀਏਬਲ ਹੈ, ਵੇਰੀਏਬਲ ਦੀ ਜਿਹੜੀ ਡਿਗਰੀ ਹੈ ਉਹ ਅਸੀਂ ਦੇਖਣੀ ਹੈ। ਵੇਰੀਏਬਲ ਦੀ ਡਿਗਰੀ ਕਿੰਨੀ ਹੈ ਉਹਦੇ ਆਧਾਰ ਤੇ ਅਸੀਂ ਉਹਨੂੰ ਵੱਖਰੇ ਵੱਖਰੇ ਕਲਾਸੀਫਿਕੇਸ਼ਨ ਉਹਦੀ ਕਰਾਂਗੇ। ਪਹਿਲਾਂ ਅਸੀਂ ਸ਼ੁਰੂ ਕਰਾਂਗੇ ਪਦਾਂ ਦੇ ਆਧਾਰ ਤੇ। ਪਦਾਂ ਦੇ ਆਧਾਰ ਤੇ ਸਾਡੇ ਕੋਲ ਸਭ ਤੋਂ ਪਹਿਲਾਂ ਹੈ ਮੋਨੋਮੀਅਲ। ਮੋਨੋਮੀਅਲ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਪਦੀ, ਜਿਸ ਸੰਖਿਆ ਦੇ, ਮੋਨੋਮੀਅਲ ਨੂੰ ਅਸੀਂ ਪੰਜਾਬੀ ਚ ਲਿਖਾਂਗੇ ਇੱਕ ਪਦੀ। ਮੈਂ ਐਗਜ਼ਾਮਪਲ ਇੱਕ ਲਿਖ ਰਿਹਾ, ਮੈਂ ਲਿਖਿਆ x ਸਕੁਏਅਰ। ਇਹ ਜਿਹੜੀ ਮੈਂ ਬਹੁਪਦ ਲਿਖਿਆ ਹੈ ਇਹਦੇ ਵਿੱਚ ਕਿੰਨੇ ਪਦ ਹਨ? ਇੱਕ ਪਦ ਹੈ। ਜੇ ਇੱਕ ਪਦ ਹੈ ਤੇ ਫਿਰ ਇਹ ਸਾਡਾ ਕੀ, ਇਹਨੂੰ ਅਸੀਂ ਕੀ ਲਿਖਾਂਗੇ? ਇਹ ਸਾਡੀ ਮੋਨੋਮੀਅਲ ਹੈ, ਮਤਲਬ ਕਿ ਇੱਕ ਪਦੀ ਹੈ। ਇੱਕ ਹੋਰ ਮੈਂ ਪਦ ਲਿਖਦਾ, ਸਪੋਜ਼ ਮੈਂ ਲਿਖਿਆ 100, ਕਿਉਂਕਿ ਇਹ ਵੀ ਸਾਡੀ ਇੱਕ ਸੰਖਿਆ ਹੈ, ਇਹਦਾ ਮਤਲਬ ਇਹ ਸਾਡੇ ਕੋਲ ਕੀ ਹੋ ਗਿਆ? ਇੱਕ ਪਦੀ। ਸਿੱਧਾ ਹਿਸਾਬ ਹੈ। ਮੋਨੋਮੀਅਲ ਉਹ ਪੋਲੀਨੋਮੀਅਲ ਹੁੰਦੀ ਹੈ ਜਿਹਦਾ ਇੱਕ ਪਦ ਹੋਵੇ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਕਿ ਜਿਹਦੀ ਇੱਕ ਸੰਖਿਆ ਹੋਵੇ, ਇੱਕ ਰਕਮ ਹੋਵੇ, ਜਿਹਦੇ ਵਿੱਚ ਕੋਈ ਵੀ ਹੋ ਸਕਦੀ ਹੈ। z ਸਕੁਏਅਰ ਹੋ ਸਕਦਾ ਹੈ, t ਇਕੱਲਾ ਹੋ ਸਕਦਾ ਹੈ, s ਦੀ ਪਾਵਰ 100 ਹੋ ਸਕਦਾ ਹੈ, a ਦੀ ਪਾਵਰ 3 ਹੋ ਸਕਦਾ ਹੈ। ਇਹ ਸਾਰੀਆਂ ਸੰਖਿਆਵਾਂ ਇੱਕ ਪਦੀ ਹਨ। ਚਲੋ ਅਸੀਂ ਅੱਗੇ ਚੱਲੀਏ। ਮੋਨੋਮੀਅਲ ਜਿਹੜੀ ਹੈ ਉਹ ਇੱਕ ਪਦੀ ਹੈ। ਮੈਂ ਇੱਥੇ ਲਿਖ ਦੇਣਾ ਇੱਕ ਪਦੀ। ਬਾਈਨੋਮੀਅਲ ਹੈ ਦੋ ਪਦੀ। ਜਿਸ ਬਹੁਪਦ ਦੇ ਵਿੱਚ ਦੋ ਪਦ ਹੋਣ, ਜਿਵੇਂ x ਸਕੁਏਅਰ -3, ਕਿੰਨੇ ਪਦ ਹਨ? ਦੋ। ਕਿਹੜੇ ਕਿਹੜੇ? ਦੇਖੋ, x ਸਕੁਏਅਰ ਹੈ, -3 ਹੈ, ਇਹ ਕਿੰਨੇ ਪਦ ਹਨ? ਦੋ। ਤੇ ਸੰਖਿਆ ਸਾਡੀ ਕੀ ਬਣ ਗਈ? ਦੋ ਪਦੀ। ਇੱਕ ਮੈਂ ਹੋਰ ਸੰਖਿਆ ਲਿਖਦਾ, y ਦੀ 3 -y। ਇਹ ਸਾਡੀ, ਦੇਖੀਏ ਕਿੰਨੇ ਪਦ ਹਨ ਇਹਦੇ ਵਿੱਚ, ਕਿਉਂਕਿ ਇੱਕ ਪਦ ਹੈ, ਦੂਸਰਾ ਪਦ ਹੈ, ਤੇ ਸਾਡੀ ਇਹ ਕੀ ਬਣ ਗਈ? ਦੋ ਪਦੀ। ਇੱਕ ਪਦੀ ਤੋਂ ਭਾਵ ਜਿਹਦੇ ਵਿੱਚ ਇੱਕ ਪਦ ਹੋਵੇ, ਦੋ ਪਦੀ ਤੋਂ ਭਾਵ ਜਿਹਦੇ ਵਿੱਚ ਦੋ ਪਦ ਹੋਣ।
बाइनोमीअल असीं अंग्रेजी च कहने हैं, पंजाबी च असीं दो पदी कहते हाँ। आओ चलिए अगे। ट्राइनोमीअल, हुण तो मैनूं लगता है कि ना तो ही पता चल रहा, फिर भी मैं दस दिना, ना तो समझ आ रही है सारे नूं। एक पदी साडा एक पदी है, बाइनोमीअल दो पदी है, ट्राइनोमीअल तीन पदी है। मैं संख्या लिख रहा, एक्स दी पावर 4 माइनस 3x स्क्वेयर प्लस 9। ये विच आओ देखिए कितने पद हैं। एक पद है, दूसरा पद है, तीसरा पद है। यदा मतलब ये साड़ी संख्या की हुई तीन पदी है। और मैनू लगता है कि इस तो अगे भी इसका क्लासीफिकेशन हो सकता है, लेकिन सानू ज़्यादा जरूरत नहीं पवेगी। असी हुण मोनोमीअल, बाइनोमीअल ते ट्राइनोमीअल, ये तीन प्रकार दे जिहड़े साडे टर्म्स हैं ऑन द बेसिस ऑफ नंबर ऑफ टर्म्स, ते उहदे आधार ते असी सीखिया है। हुण असी अगे देखिए, दूसरे नंबर ते साडे कोल है ऑन द बेसिस ऑफ डिग्री। डिग्री मतलब कि असी घात दे आधार ते, घात दे आधार ते असी देखना है कि उहदी किहड़ी-किहड़ी किस्मां बनदियां हन। पहला है लीनियर पॉलीनोमीअल। पहला की है लीनियर पॉलीनोमीअल, इनू असी रेखी बहुपद भी असी कह सकते हैं। रेखी बहुपद तो भाव है जिहदे विच एक्स दी जिहड़ी पावर है वो एक्स दी घात जिहड़ी है वो एक होवे, जां सपोज साडे कोल वाई है, वाई प्लस 6 है, इत्थे वाई दी घात जिहड़ी है कितनी है, एक। इस तो इलावा सपोज मेरे को 6z है, तो इत्थे z दी जिहड़ी घात है वो कितनी है, एक। इहदा मतलब कि यह साडियां जिहड़ियां भी मैं इत्थे बहुपद लिखे हैं, यह संख्या है इत्थे एक है, दूसरी है इत्थे एक है, तीसरी है इत्थे एक है। जिस बहुपद दे विच वड्डी घात एक होवे वो साडा होएगा लीनियर पॉलीनोमीअल। उन्होंने असीं लीनियर पॉलीनोमीअल कहने हैं जां रेखी बहुपद कहने हैं। चलो देखिए दूसरे नंबर ते की है। दूसरे नंबर ते जां बी नंबर ते है क्वाड्रेटिक पॉलीनोमीअल। क्वाड्रेटिक पॉलीनोमीअल जिवें कि नाम तो पता चल रहा है, आओ देखिए। मैं पहला इसदा पंजाबी दे विच असीं नाम लिखांगे। क्वाड्रेटिक का मतलब दो घाती बहुपद। दो घाती बहुपद, दो घाती बहुपद दे विच असीं लिखांगे संख्या एक्स स्क्वेयर प्लस 3x माइनस 6। अगर तुसी थोड़ा ध्यान नाल देखो तो इहदे विच असीं घात दे बारे सोचीए तो इत्थे x दी घात 2 है, इत्थे x दी घात 1 है, तो फिर इसका मतलब कि वड्डी घात 2 है, तो ये फिर साडी दो घाती बहुपद बन गया, दो घाती बहुपद। जेकर घात 1 सी असीं उहनूं लीनियर पॉलीनोमीअल दे विच कंसीडर कीता सी। जदों घात साडी 2 आई, वड्डी घात चेक करनी असीं। एक संख्या मैं होर लिखांगा, y दी स्क्वेयर माइ प्लस 6y माइनस 4। इहदे विच असीं देखिया कि जिहड़ी y दी घात है वो साडे कोल 2 है, इत्थे y दी घात 1 है। इहदा भाव ये हो गया कि जदों घात वड्डी जिहड़ी घात है वो 2 है, तो फिर सानूं लिखांगे दो घाती बहुपद है। अंग्रेजी च कहांगे क्वाड्रेटिक पॉलीनोमीअल, पंजाबी च कहांगे दो घाती बहुपद। सिर्फ असी जिहड़ा साडा वेरीएबल है उहदी घात चेक करनी है और उस बहुपद दे विच साडे वड्डी घात देखनी है, वड्डी कितनी है।
इस संख्या नूं असीं इस प्रकार भी लिख सकते हैं। सपोज पहली संख्या मेरे को है, मैं इनू इस तरह भी लिख सकना 3x - 6 + x²। ਇਹਦੇ ਵਿੱਚ ਇਹ नहीं देखना कि पहले की घात कितनी है, पहले की तो 1 है। ਇਹਦੇ ਵਿੱਚ ਵੱਡੀ घात दिखनी है, ਵੱਡੀ घात 2 है। ਇਹਦਾ मतलब ये 2 घाती बहुपद है। चलो अगे चलिए तीसरे नंबर पर देखिए, एक बार फिर असी नाल रिविजन करते जाइए। लीनियर पॉलीनोमियल मतलब कि रेखी बहुपद। क्वाड्रेटिक पॉलीनोमियल मतलब कि 2 घाती बहुपद। क्यूबिक पॉलीनोमियल 3 घाती बहुपद। 3 घाती, ਇਹਦੇ ਵਿੱਚ 3 घात ਹੁੰਦੀ है। चलो मैं लिखिया x² - 4x + 3, यह साड़ी है 2 घाती। जे मैं इत्थे लिख दिया y + 3, ये साड़ी है रेखी बहुपद। और तीसरे नंबर पर अगर मैं इस तरह लिख दिया x की 3 जमा 4, इतने कुछ भी लिखा जा सकता, कोई वो गल नहीं है भी इतने नहीं लिखना। मैं इतने 6 लिख देना सपोज। हुण कुछ बच्चे सोच रहे होंगे कि इतने x की घात 1 नहीं आई। देखो तुसीं ध्यान नाल, इत्थे साडे कोल घात 3 है, इत्थे 2 है, इत्थे 1 नहीं आई। लेकिन अगर मैं इस सवाल नूं थोड़ा कन्वर्ट कर दियां तो मैं इसनूं 6x की 3 4x की 2 प्लस 0x की 1 प्लस 6 भी लिख सकना। यह जरूरी नहीं है, ऐसी यह चीज़ जरूरी नहीं है, ऐसे इतना दिखना नहीं है। असी ये देखना वड्डी घात कितनी है, वड्डी घात 3 है। तो फिर साढ़े को एक ही होगी 3 घाती बहुपद। 3 घाती बहुपद हो गया है। चलो असी थोड़ा होर अगे चलीए, सीखांगे कि कॉन्स्टेंट पॉलीनोमियल की हुंदा है। इनू असी पंजाबी दे विच लिखांगे अचल बहुपद। ये अचल बहुपद है ये की हुंदा है, मैं संख्यावां कुछ लिख रहा, मैं लिखा 3, मैं लिखा -4, मैं लिखा 7/2 ਜਾਂ मैं लिखा पाई। बच्चों ये जिहड़े मैं संख्यावां लिखियां हन, जिन्ने भी मैं कॉन्स्टेंट लिखे हैं, ये सारे कॉन्स्टेंट पॉलीनोमियल हैं। इन्हां सारिਆਂ ਨੂੰ ਅਸੀਂ साडा की है कॉन्स्टेंट पॉलीनोमियल। इत्थे तुसीं एक गल याद रखनी है, जिन्ने भी कॉन्स्टेंट हैं अदर दैन 0, ये सारे कॉन्स्टेंट पॉलीनोमियल दे विच आंदे हैं। ठीक है, हुण गल है कि असी ये सीखना है कि कॉन्स्टेंट पॉलीनोमियल दी डिग्री कितनी हुंदी है। चलो डिग्री बारे गल करिए। देखो इस संख्या नूं मैं x की पावर 0 लिख सकदा, इस संख्या नूं मैं -4x की पावर 0, 7/2 y की पावर 0, पाए y की पावर 0 लिख सकना। तो इत्थे असीं ये देख रहे हैं कि सारियां जिन्ने भी टर्म्स में लई हैं, इन्हां दे विच जिहड़ी डिग्री है वो 0 आ रही है। इहदा मतलब कि जिहड़े साडे कॉन्स्टेंट पॉलीनोमियल्स हुंदे ने उन्हां दी डिग्री कितनी आंदी है 0। चलो हुण असीं सीखीए कि 0 पॉलीनोमियल की हुंदा है। कॉन्स्टेंट पॉलीनोमियल की गल होगी, हुण असीं 0 पॉलीनोमियल की गल करांगे। 0 पॉलीनोमियल बच्चों सीधी जी गल है कि 0 ही हुंदा है। असीं 0 नूं कॉन्स्टेंट, क्योंकि 0 भी तो कॉन्स्टेंट है, 0 नूं असीं कॉन्स्टेंट पॉलीनोमियल दे विच क्यों इनकलूड नहीं किया। आओ देखिए, देखो अगर मैं इत्थे लिखा 0 नूं 0x की पावर 0 तो साडा 0 आ गया। ठीक है, लेकिन मैं 0 नूं
0 y ਦੀ ਪਾਵਰ 5 ਵੀ ਤਾਂ ਲਿਖ ਸਕਦਾ। 0 ਨੂੰ ਮੈਂ 0x ਦੀ ਪਾਵਰ 17 ਵੀ ਤਾਂ ਲਿਖ ਸਕਣਾ, ਤੇ 0 ਨੂੰ ਮੈਂ 0 y ਦੀ ਪਾਵਰ 90 ਵੀ ਲਿਖ ਸਕਣਾ। ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਚੱਲ ਰਿਹਾ ਹੈ ਕਿ ਜਦੋਂ ਅਸੀਂ ਡਿਗਰੀ ਦੇਖਾਂਗੇ ਜ਼ੀਰੋ ਪੋਲੀਨੋਮੀਅਲ ਦੀ, ਜਦੋਂ ਅਸੀਂ ਡਿਗਰੀ ਦੇਖਾਂਗੇ ਤੇ ਉਹ ਕਿਸੇ ਦੇ ਵਿੱਚ ਸਾਡੀ 90 ਬਣ ਜਾਂਦੀ ਹੈ, ਕਿਸੇ ਤੇ 17 ਬਣ ਜਾਂਦੀ ਹੈ, ਕਿਤੇ 5 ਬਣ ਜਾਂਦੀ ਹੈ, ਕਿਤੇ 0 ਬਣ ਜਾਂਦੀ ਹੈ। ਇਹਦਾ ਮਤਲਬ ਕਿ ਇਹ ਪੋਸੀਬਲ ਨਹੀਂ ਹੈ। 0 ਨੂੰ ਛੱਡ ਕੇ ਜਿੰਨੇ ਵੀ ਪੋਲੀਨੋਮੀਅਲ ਹਨ, ਜਿੰਨੇ ਵੀ ਕਨਸਟੈਂਟ ਹਨ, ਸੌਰੀ, ਉਹ ਸਾਰੇ ਕਨਸਟੈਂਟ ਪੋਲੀਨੋਮੀਅਲ ਹਨ 0 ਨੂੰ ਛੱਡ ਕੇ। ਤੇ ਜਿਹੜਾ 0 ਹੈ ਉਹ ਹੈ ਸਾਡਾ ਜ਼ੀਰੋ ਪੋਲੀਨੋਮੀਅਲ।